ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ। ਤੁਮ ਠਾਕਰ ਤੁਮ ਪੇ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ में सुख कनेरे। कोई न जाने तुमरा अंत, ऊंचे से ऊंचा भगवंत। सगल समगरी तुमरे सूत्र धारी, तुमते होए सु आज्ञाकारी। तुमरी गत में तुम ही जानी, नानक दास सदा कुर्बानी। ਇਹ ਸੁਖਮਨੀ ਸਾਹਿਬ ਭਾਈ ਪੰਚ ਪਾਤਸ਼ਾਹ ਨੇ ਆਪਾਂ ਨੂੰ ਇਹ ਅਰਦਾਸ ਬਾਰੇ ਸਮਝਾਇਆ। ਇਹ ਜੀਵ ਆਤਮਾ ਨੇ ਕੀ ਅਰਦਾਸ ਕਰਨੀ ਹੈ। ਪਹਿਲਾਂ ਤਾਂ ਆਪਾਂ ਸ਼ੁਰੂਆਤ ਦੇ ਵਿੱਚ ਇਹਦੀ ਵਿਚਾਰ ਕੀਤੀ ਦਾਤ ਦੀ। ਇਹ ਗਿਆਨ ਦਾ ਸਮੁੰਦਰ ਹੈ ਭਾਈ, ਗਿਆਨ ਦਾ ਸਾਗਰ ਹੈ। ਇਹ ਐਸਾ ਗਿਆਨ ਹੈ ਸਾਡਾ ਮੂੰਹ ਦਾ ਜਾਲ ਕੱਟ ਦਿੰਦਾ ਹੈ। ਜਿਹੜਾ ਮੋਹ ਦਾ ਜਾਲ ਹੈ ਅਸੀਂ ਆਪਦੀ ਮੱਤ ਨਾਲ ਨਹੀਂ ਕੱਟ ਸਕਦੇ। ਇਹ ਜਾਲ ਕੱਟਣ ਖਾਤਰ ਆਪਾਂ ਅਰਦਾਸ ਕਰਨੀ ਹੈ। ਦੁੱਖਾਂ ਤੋਂ ਛੁਟਕਾਰਾ ਪਾਉਣ ਖਾਤਰ ਆਪਾਂ ਆਪਦੇ ਘਰ ਪਹੁੰਚਣਾ। ਸੱਚਖੰਡ ਬਸੇ ਨਿਰੰਕਾਰ ਕਰ ਕਰ ਵੇਖੀ ਨਦਰ ਨਿਹਾਲ, ਉੱਥੇ ਪਹੁੰਚਣਾ ਆਪਾਂ। ਇਹ ਅਰਦਾਸ ਕਰਨੀ ਆਪਾਂ। ਸੁਖਮਨੀ ਸਤਿਗੁਰਾਂ ਦੇ ਵਚਨ ਲਈਏ। ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹੀ ਗਿਆਨ ਦੇ ਦੇਵ ਕਿਰਪਾ ਰਹਿਮਤ ਕਰ, ਸਾਡਾ ਵੀ ਮੋਹ ਦਾ ਜਾਲ ਕੱਟਿਆ ਜਾਵੇ। ਸਾਡਾ ਲੋਕ ਤੇ ਪਰਲੋਕ ਸਹਾਈ ਹੋ ਜਾਏ। ਤੇਰੇ ਚਰਨਾਂ ਨਾਲ ਜੁੜ ਕੇ ਅਸੀਂ ਇਹ ਪ੍ਰਾਪਤ ਕਰੀਏ ਦਾਤ। ਅਤੇ ਇਹ ਅਰਦਾਸ ਕਰਨੀ ਆਪਾਂ ਭਾਈ। ਅਰਦਾਸ ਸ਼ੁਰੂ ਹੁੰਦੀ ਹੈ ਸੁਖਮਨੀ ਸਾਹਿਬ ਦੇ ਵਿੱਚ। ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਤੁਮ ਠਾਕਰ ਤੁਮ ਪੇ ਅਰਦਾਸ। ਠਾਕਰ ਤੋਂ ਭਾਵ ਹੁੰਦਾ ਹੈ ਠਾਕ ਕੇ ਰੱਖਣ ਵਾਲਾ। ਉਹਨੇ ਸਾਰੀ ਸ੍ਰਿਸ਼ਟੀ ਨੂੰ ਠਾਕ ਕੇ ਰੱਖਿਆ ਭਾਈ, ਹੁਕਮ 'ਚ ਬੰਨ੍ਹ ਕੇ ਰੱਖਿਆ ਹੈ। ਇਹ ਠਾਕਰ ਜਿਹੜਾ ਨੌ ਗੁਰੂ ਸਾਹਿਬਾਨਾਂ ਨੇ ਵਰਤਿਆ ਵਾ, ਇਹ ਗੁਣਵਾਚਕ ਨੌ ਨੇ ਪਰਮੇਸ਼ਰ ਦੇ। ਹੁਕਮ ਦੇ ਕਹਿ ਲਈਏ, ਨਾਮ ਦੇ ਕਹਿ ਲਈਏ, ਕੁਦਰਤ ਦੇ ਕਹਿ ਲਈਏ। ਗੁਣਵਾਚਕ ਤੋਂ ਭਾਵ ਉਹ ਗੁਣਾਂ ਦੇ ਨਾਂ ਰੱਖੇ ਨੇ ਭਗਤ ਗੁਰੂ ਸਾਹਿਬਾਨਾਂ ਨੇ। ਸਰੀਰ ਤਾਂ ਹੈ ਨਹੀਂ ਕੁਦਰਤ ਦਾ, ਸਾਡੇ ਵਰਗਾ ਸਰੀਰ ਨਹੀਂ ਹੈਗਾ। ਅਤੇ ਇੱਥੇ ਲੋਹ ਲੋਹ ਆਕਾਰ, ਲੋਹ ਤਾਂ ਹੈ, ਲੈਟ ਤਾਂ ਹੈ, ਆਕਾਰ ਤਾਂ ਹੈ, ਪਰ ਸਾਡੇ ਵਰਗਾ ਥੋੜ੍ਹੀ ਆ ਉੱਥੇ। ਇਹ ਤਾਂ ਇੱਥੇ ਹੀ ਅੰਮ੍ਰਿਤ ਲੋਕ ਦੇ ਵਿੱਚ। ਇਹਦਾ ਆਪਾਂ ਛੱਡਣਾ ਮਾ। ਜਿਮ ਜਿਮ ਹੁਕਮ ਤਿਵੇਂ ਤਿਮਕਾਰ, ਵੇਖੇ ਵਿਕਸੇ ਕਰ ਵਿਚਾਰ। ਨਾਨਕ ਕਥਨਾ ਕਰੜਾ ਸਾਰ। ਹੈ ਤਾਂ ਕਰੜਾ ਸਾਰ ਹੈ, ਗਿਆਨ ਹੈ ਭਾਈ, ਪਰ ਆਪਾਂ ਕਿਰਪਾ ਰਹਿਮਤ ਲੈ ਲੈਣੀ ਹੈ ਦਾਤੇ ਦੀ। ਇਹ ਗਿਆਨ ਕਾ ਸਾਗਰ ਹੈ, ਇਹੀ ਤਾਂ ਦਾਤ ਲੈਣੀ ਆਪਾਂ। ਤੂੰ ਠਾਕਰ ਤੁਮ ਪੇ ਅਰਦਾਸ। ਇਹ ਦਾਤਾ ਤੂੰ ਠਾਕਰ ਹੈ, ਤੂੰ ਸਾਰਿਆਂ ਨੂੰ ਠਾਕ ਕੇ ਰੱਖਿਆ। ਤੇਰੇ ਅੱਗੇ ਬੇਨਤੀ ਕਰਾਂ। ਜੀਵ ਨੂੰ ਵੀ ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ। ਜੀਓ ਪਿੰਡ ਸਭ ਤੇਰੀ ਰਾਸ, ਜੀਓ ਜੀਵ ਆਤਮਾ ਪਿੰਡ ਸਭ ਸਰੀਰ ਤਹੀਂ ਬਣਾਇਆ। ਤੇਰੀ ਕਿਰਪਾ ਨਾਲ ਦਹੀ ਮਿਲੀ ਹੈ। तुम ठाकर तुम पे अरदास, जियो पिंड सब तेरी रास। तुम मात पिता हम बारक तेरे, तुमरी कृपा में सूख कनेरे। मत माता पिता संतोख, जिमें शरीर करके धरती, फिर बाहरली धरती। ये मत माता, ये मन दी मां वा। ये धरती ते इहदा बड़ा महत्व है। माता धरत महव सलोक चाहुंदा वा। ये ज्ञान लैना है आपां, फिर ਆਪਾਂ ਨੂੰ ਸੰਤੋਖ ਪੈਦਾ ਹੋਣਾ ਵਾ, ਫਿਰ ਆਪਣੀ ਭਗਤੀ ਸ਼ੁਰੂ ਹੋਣੀ। ਆਸਾ ਕੀ ਬਾਤ ਸਤਿਗੁਰਾਂ ਦੇ ਵਚਨ ਲਈਏ। ਸੇਵ ਕੀਤੀ ਸੰਤੋਖੀ, ਜਿਨ ਸੱਚੋ ਸੱਚ ਤੇ ਆਇਆ। ਜਿਹਨੇ ਸੱਚ ਨਾਲ ਧਿਆਨ ਲਾਇਆ ਫਿਰ ਸੰਤੋਖ ਆਇਆ, ਫਿਰ ਉਹਦਾ ਜਸ ਹੁੰਦਾ। ਸੰਤੋਖ ਤੋਂ ਬਿਨਾਂ ਅਸੀਂ ਕੁਦਰਤ ਦਾ ਜਸ ਨਹੀਂ ਕਰ ਸਕਦੇ। ਆਪਦਾ ਕਰਾਉਣ ਲੱਗ ਜਿਹੜੇ ਨੌਵੇਂ ਪਾਤਸ਼ਾਹ ਨੇ ਵੀ ਆਪਾਂ ਨੂੰ ਸਮਝਾਇਆ। ਗੁਣ ਗੋਬਿੰਦ ਗਾਇਓ ਨੀ ਜਨਮ ਕਾਰਤਖੀਨ। ਇਹ ਜੀਵ ਗੁਣ ਤਾਂ ਗੋਬਿੰਦ ਦੇ ਗੁਣ, ਇਸ ਤੂੰ ਆਪਦੇ ਗਾਉਣ ਲੱਗ ਗਿਆ। ਨਹੀਂ, ਇਹ ਗਲਤੀ ਕਰਨੀ ਪਾਈ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਤੇਰੀ ਕਿਰਪਾ ਜਦੋਂ ਰਹਿਮਤ ਹੁੰਦੀ ਹੈ, ਦਾਤਾ ਹੈ, ਸੱਚ ਦਾ ਗਿਆਨ ਹੁੰਦਾ, ਫਿਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੁੱਖ ਤੇਰਾ ਦਿੱਤਾ ਲਈ ਆਤਮਾ ਕਰਕੇ ਸਾਨੂੰ ਸੁੱਖ ਮਿਲਦਾ ਹੈ। ਜਿਹੜੇ ਸਰੀਰ ਕਰਕੇ ਸੁੱਖ ਨੇ ਉਹ ਵੀ ਦਾਤੇ ਦੀ ਦਾਤ ਹੈ ਭਾਈ, ਉਹ ਵੀ ਉਹਦੀ ਰਹਿਮਤ ਹੈ। ਇਹ ਸਾਰਾ ਕੁਛ ਤਾਂ ਉਹਦੇ ਹੱਥ 'ਚ ਹੈ। ਉਹਨੇ ਬਣਾਇਆ ਤਾਂ ਉਹਦੇ ਹੱਥ 'ਚ ਹੀ ਹੋਣਾ ਹੈ ਭਾਈ। ਹੁਕਮ ਦੀ ਵੱਸ ਹੈ ਸਾਰਾ ਕੁਛ ਭਾਈ। जियो पिंड सब तेरी रास, तुम मात पिता हम बारक तेरे, तुमरी कृपा में सुख कनेरे। जो कृपा रहमत करदा दाता, फिर सुखां की प्राप्ति होंदी है। कोई न जाने तुमरा अंत, उच्चे से उच्चा भगवंत। कोई नहीं जानता तैनूं। झूठ बहुत बोलिया गया धर्मां दे विच। किसी ने कुछ कहता, किसी ने किन्नी गिर दर्शन कहता। वो अखां दा विषय ही नहीं पाई। बिन अखीं देखना, बिन कन्नी सुनना,
ਬਿਨ ਪੈਰੀ ਚੱਲਣਾ, ਬਿਨ ਹੱਥੀਂ ਕਰਨਾ, ਬਿਨ ਜੀਭੇ ਬੋਲਣਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਇਹ ਤਾਂ ਸੁਣਿਆ ਹੀ ਨਹੀਂ ਅਸੀਂ, ਜੋ ਸਿੱਧਾਂ ਨੂੰ ਸਮਝਾ ਰਹੇ ਨੇ ਭਾਈ ਗੁਰੂ ਸਾਹਿਬ ਸਿੱਧ ਗੋਸ਼ਟ ਦੇ ਵਿੱਚ, ਉਹ ਵੀ ਭੁਲੇਖੇ 'ਚ ਪਏ ਸੀ ਵਿਚਾਰੇ। ਇਹ ਅੱਖਾਂ ਕਰਨ ਦਾ ਵਿਸ਼ਾ ਹੀ ਨਹੀਂ ਹੈਗਾ, ਕੋਈ ਨਹੀਂ ਜਾਣਦਾ, ਫਿਰ ਵੀ ਝੂਠ ਬੋਲਦੇ ਨੇ। ਉੱਚੇ ਸੇ ਉੱਚਾ ਭਗਵਾਨ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਜਿੰਨੀ ਵੀ ਸਮਗਰੀ ਸੰਸਾਰ, ਪਲੈਨਟ, ਧਰਤੀਆਂ, ਗੋਲ ਆਕਾਰ ਰੂਪੀ ਜੋ ਵੀ ਦੇਖ ਰਹੇ ਸਾਰਾ ਕੁਛ ਉਹਨੇ ਹੁਕਮ ਨਾਲ ਬੰਨ੍ਹ ਕੇ ਰੱਖਿਆ, ਗਿਆਨ ਨਾਲ। ਗਿਆਨ ਨਾਲ ਬੰਨੇ ਸਾਰੇ ਜੀਵ ਉਹਦੇ ਭਾਈ। ਸਗਲ ਸਮਗਰੀ ਆਪਣੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਉਹਦੀ ਕਿਰਪਾ ਰਹਿਮਤ ਹੁੰਦੀ ਹੈ, ਫਿਰ ਮਨ ਆਗਿਆ ਚਾਹੁੰਦਾ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ। ਇਹੀ ਤਾਂ ਕਿਰਪਾ ਲੈਣੀ ਸੀ ਭਾਈ ਆਪਾਂ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਸੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਇਹ ਸਾਰਾ ਕੁਛ ਉਹਨੇ ਬਣ ਕੇ ਰੱਖਿਆ ਹੋਇਆ ਵਾ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕਰਵਾਨੀ। ਤੇਰੀ ਗਤ, ਤੇਰੀ ਸ਼ਕਤੀ, ਤੇਰਾ ਵਿਕਾਸ ਕਿੱਡਾ ਕੁ ਤੂੰ ਹੋਰ ਕਰ ਦੇਵੇਂ, ਮਿੱਤ ਤੇਰੇ ਮਨ ਦੇ ਵਿੱਚ ਕੀ ਹੈ ਕੋਈ ਨਹੀਂ ਜਾਣਦਾ। ਜਪਜੀ ਸਤਿਗੁਰਾਂ ਦੇ ਵਚਨ ਨੇ। ਅੰਤ ਨ ਜਾਪੀ ਕਿਆ ਮਨ ਮੰਤ, ਕੋਈ ਨਹੀਂ ਜਾਣਦਾ, ਫਿਰ ਵੀ ਬਹੁਤ ਝੂਠ ਬੋਲਿਆ ਗਿਆ ਵਾ। ਨਹੀਂ ਭਾਈ, ਝੂਠ ਤੋਂ ਬਚਣਾ ਹੈ, ਸੱਚ ਨੂੰ ਜਾਣਨਾ ਹੈ। ਸੱਚ ਨੂੰ ਜਾਣਨਾ ਤਾਂ ਫਿਰ ਆਪਾਂ ਨੂੰ ਗੁਰ ਕੇ ਚਰਨ ਬਾਣੀ ਇਹਦੇ ਨਾਲ ਜੁੜਨਾ ਪਊਗਾ ਭਾਈ। ਉਹਦੀ ਕਿਰਪਾ ਰਹਿਮਤ ਨਾਲ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰਨ ਗਿਆਨ ਤੋਂ ਬਾਅਦ ਫਿਰ ਇਹ ਮਨ ਕਿਰਪਾ ਨਾਲ ਬਸ ਚਾਹੁੰਦਾ ਵਾ। ਜਦੋਂ ਬੁੱਧੀ ਮਨ ਨੂੰ ਬਸ ਕਰ ਲੈਂਦੀ ਹੈ, ਮਨ ਜੀਤੇ ਜਗ ਜੀਤ, ਫਿਰ ਸਾਡਾ ਸੰਸਾਰ 'ਚੋਂ ਝਗੜਾ ਖਤਮ ਹੁੰਦਾ ਵਾ। ਕੁਰਬਾਨੀ ਇਹੀ ਹੈ ਭਾਈ, ਇੱਛਾ ਦੀ ਕੁਰਬਾਨੀ ਹੈ। ਤਿਆਗ ਕਰਨਾ, ਤਿਆਗ ਹੀ ਧਰਮ ਹੈ। ਧਰਮ ਅਸੀਂ ਅਪਣਾ ਲੈਂਦੇ ਸਰੀਰ ਕਰਕੇ ਤਾਂ, ਪਰ ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਧਰਮ ਇੱਕ ਸੁੱਖ ਦਾ ਵਿਸ਼ਾ ਹੁੰਦਾ ਹੈ। ਜਿਹੜਾ ਧਰਮ ਦੁੱਖ ਦੇਵੇ ਉਹ ਭਾਈ ਧਰਮ ਥੋੜ੍ਹੀ ਹੁੰਦਾ ਵਾ। ਕਬੀਰਾ ਜਿਹਾ ਗਿਆਨ ਤਹਿ ਧਰਮ ਹੈ। ਜਿੱਥੋਂ ਗਿਆਨ ਨਹੀਂ ਪੈਦਾ ਹੁੰਦਾ, ਸੁੱਖਾਂ ਦੀ ਪ੍ਰਾਪਤੀ ਨਹੀਂ ਪੈਦਾ ਹੁੰਦੀ, ਸੰਸਾਰ ਤੋਂ ਮੁਕਤੀ ਨਹੀਂ ਮਿਲਦੀ, ਫਿਰ ਧਰਮ ਕਾਹਦਾ ਹੋਇਆ ਭਾਈ। ਜਾਂ ਝੂਠ ਤਹਿ ਪਾਪ, ਜੇ ਕੋਈ ਝੂਠ ਤੁਹਾਨੂੰ ਦੱਸ ਕੇ ਪਿੱਛੇ ਲਾ ਰਿਹਾ ਉਹ ਪਾਪ ਕਰ ਰਿਹਾ ਭਾਈ। ਜਾਂ ਲੋਭ, ਜੇ ਲੋਭ ਦੇ ਕੇ ਤੁਹਾਨੂੰ ਕੋਈ ਪਿੱਛੇ ਧਰਮ ਨਾਲ ਜੋੜ ਰਿਹਾ ਫਿਰ ਉਹ ਕਾਲ ਹੈ। ਜਿੱਥੇ ਫਿਰ ਜੈ ਖਿਮਾ ਤੈਂ ਆਪ, ਜਿੱਥੇ ਕੋਈ ਬਹੁਤ ਨੀਵਾਂ ਹੋ ਕੇ ਸਮਝਾ ਰਿਹਾ ਤੁਹਾਨੂੰ, ਉੱਥੇ ਉਹਦੀ ਦ੍ਰਿਸ਼ਟੀ ਹੈ। ਇਹੀ ਤਾਂ ਆਪਾਂ ਲੈਣੀ ਹੈ ਭਾਈ। ਇਹ ਅਰਦਾਸ ਹੈ ਭਾਈ, ਇਹ ਜੀਵ ਆਤਮਾ ਨੂੰ ਕਰਨੀ ਚਾਹੀਦੀ ਹੈ। ਫਿਰ ਸਾਨੂੰ ਨਾਮ ਦੀ ਦਾਤ ਮਿਲਣੀ ਹੈ। ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਪਹਿਲਾ ਗਿਆਨ, ਫਿਰ ਮੁਕਤੀ, ਫਿਰ ਨਾਮ ਹੁਕਮ, ਫਿਰ ਜਨਮ, ਫਿਰ ਸੱਚਖੰਡ ਦੇ ਪਾਸੀ। ਪਰ ਅਸੀਂ ਤਾਂ ਜਿਹੜੇ ਅਰਦਾਸਾਂ ਕਰਦੇ ਹਾਂ ਉਹ ਕਿਰਾਏ ਪੈ ਗਏ ਆਪਾਂ ਭਾਈ। ਉਹ ਤਾਂ ਕਾਲ ਦਾ ਤਮਾਸ਼ਾ ਹੈ ਸਾਰਾ ਸੰਸਾਰ ਜੋ ਤੁਸੀਂ ਦੇਖਦੇ ਹੋ। ਚੌਪਾਈ ਸਾਹਿਬ ਵੀ ਆਪਾਂ ਰੋਜ਼ ਕਰਦੇ ਹਾਂ। ਸਗਲ ਕਾਲ ਕਾ ਕੀਆ ਤਮਾਸ਼ਾ ਹੈ, ਤਮਾਸ਼ਾ ਹੈ ਕਾਲ ਦਾ, ਉਹਦਾ ਬਚਣਾ ਵਾ। ਗੁਰੂ ਦੀ ਸ਼ਰਨ ਜਾਣਾ ਆਪਾਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਸਾਰੇ ਮੁਕਤੀ ਦੇ ਪਾਂਧੀ ਨੇ, ਇਹ ਰਾਹ 'ਤੇ ਆਪਾਂ ਚੱਲਣਾ ਵਾ। ਸੱਚਖੰਡ ਵਾਸੀ ਨੇ ਉਹ, ਆਪਾਂ ਵੀ ਉਹਨਾਂ ਦੇ ਚਰਨਾਂ 'ਚ ਪਹੁੰਚਣਾ ਵਾ। ਸੱਚਖੰਡ 'ਚੋਂ ਆਤਮਾ ਟੁੱਟ ਕੇ ਜਦੋਂ ਆਉਂਦੀ ਆ ਉਹਨੂੰ ਸਤਿਯੁਗ ਕਹਿੰਦੇ ਆ। ਸਤਿਯੁਗ 'ਚ ਟੁੱਟਣ ਤੋਂ ਬਾਅਦ ਸਾਨੂੰ ਸਤਿਯੁਗ ਨਹੀਂ ਦੀਂਦਾ। ਫਿਰ ਜਿਹੜੀ ਤੀਜੀ ਅੱਖ ਸਾਡੀ ਅੱਖ ਆ ਵਿਵੇਕ ਬੁੱਧੀ, ਉਹ ਚਲੀ ਜਾਂਦੀ ਹੈ। ਫਿਰ ਤ੍ਰੇਤਾ ਆ ਜਾਂਦਾ ਹੈ। ਉਹਨੂੰ ਦੇਵਲੋਕ ਕਹਿੰਦੇ ਸਰੀਰ ਨਹੀਂ ਹੁੰਦਾ, ਉੱਥੋਂ ਹੁਕਮ ਹੁੰਦਾ। ਫਿਰ ਦੁਆਪਰ ਦੇ ਵਿੱਚ ਜਨਮ ਲੈਂਦੇ ਅਸੀਂ ਆ ਕੇ। ਦੁਆਪਰ ਤੋਂ ਬਾਅਦ ਅਸੀਂ ਗਰਭ ਤੋਂ ਬਾਹਰ ਆਉਂਦੇ ਹਾਂ, ਫਿਰ ਉਹ ਕਲਯੁਗ ਆ ਜਾਂਦਾ। ਹੁਣ ਕਾਲਪਨਿਕ ਯੁੱਗ ਦੇ ਵਿੱਚ ਆਪਾਂ ਨਾਮ ਦਾ ਆਸਰਾ ਲੈ ਕੇ ਫਿਰ ਘਰ ਪਹੁੰਚਣਾ। ਆਪਾਂ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਕੇਵਲ ਕਲਮੇ ਨਾਮ ਆਧਾਰ। ਇਹ ਕਾਲਪਨਿਕ ਯੁੱਗ ਦੇ ਵਿੱਚ ਨਾਮ ਦਾ ਆਸਰਾ ਲੈ ਕੇ ਆਪਾਂ ਆਪਣੇ ਘਰ ਪਹੁੰਚਣਾ। ਸਾਚ ਨਾਮ ਆਧਾਰ ਮੇਰਾ ਜਨ, ਭੁੱਖਾਂ ਸਭ ਗਵਾਈਆਂ। ਫਿਰ ਭੁੱਖਾਂ ਇੱਛਾ ਚਲੀ ਜਾਂਦੀਆਂ ਨੇ ਭਾਈ, ਜੇ ਆਪਾਂ ਇਹਦੇ ਨਾਲ ਜੁੜੇ ਰਹਾਂਗੇ। ਇਹ ਅਰਦਾਸ ਕਰਾਂਗੇ, ਇਹ ਕਰਨੀ ਹੈ। ਸਾਰਾ ਕੁਛ ਤਾਂ ਉਹਦੇ ਹੱਥ ਦੇ ਵਿੱਚ ਹੈ। ਕੁਦਰਤੀ ਸਾਰਾ ਕੁਛ ਦੇ ਰਹੀ ਹੈ ਭਾਈ। ਜਿਸ ਤਨ ਕੋਈ ਚਾਰ ਕੁੰਟ ਉਠਤਾਵੇ, ਸੋ ਤਨ ਹਰ ਸੇਵਾ ਤੇ ਪਾਵੇ। ਉਹ ਵੀ ਤਾਂ ਉਹਦੀ ਕਿਰਪਾ ਨਹੀਂ ਮਿਲਦਾ ਸਾਰਾ ਕੁਛ। ਸਾਰੀਆਂ ਦਾਤਾਂ ਕੁਦਰਤ ਦੇ ਹੱਥ ਨੇ। ਆਪਾਂ ਪਿੱਛੇ ਪਹਿਲਾਂ ਇਹ ਵਿਚਾਰਿਆ ਦਾਤ ਗਿਆਨ ਦੀ ਲੈਣੀ, ਦੂਜੀ ਅਰਦਾਸ ਕਿਵੇਂ ਕਰਨੀ ਆਪਾਂ ਇਹ ਵਿਚਾਰੀ ਜਿੰਨੀ ਕੁ ਮੱਤ ਬਖਸ਼ੀ ਹੈ ਕੁਦਰਤ ਨੇ ਆਪਾਂ ਨੂੰ। ਆਓ ਸਾਰੇ ਮਿਲ ਕੇ ਆਪਾਂ ਇਹ ਅਰਦਾਸ ਕਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।